ਜਦੋਂ ਇੱਕ ਗਰੀਬ ਦੇ ਰੁਜ਼ਗਾਰ ਦੇ ਉੱਪਰ ਲੱਤ ਮਾਰੀ ਗਈ, ਉਹਨਾਂ ਦੀ ਸਬਜ਼ੀਆਂ ਜਿਹੜੀਆਂ ਨੇ ਖਰਾਬ ਕੀਤੀਆਂ ਗਈਆਂ, ਖੰਡਾਈਆਂ ਗਈਆਂ, ਕਿਉਂ ਇਸ ਤਰ੍ਹਾਂ ਦੀ ਕਾਰਵਾਈ ਪੁਲਿਸ ਕਿਉਂ ਕਰਦੀ ਹੈ? ਸਭ ਤੋਂ ਵਧੀਆ ਸ਼ਲਾਘਾਯੋਗ ਹੈ ਵੀ ਜੇ ਇਸ ਤਰ੍ਹਾਂ ਦੇ ਅਫਸਰ ਹੋਣ, ਯਕਦਮ ਮੌਕੇ 'ਤੇ ਕਾਰਵਾਈ ਹੋ ਜਾਵੇ ਤਾਂ ਵੀ ਜਿਹੜਾ ਜਿਸ ਤਰ੍ਹਾਂ ਵੀ ਕੌਮ ਮਾਰ ਕੇ ਟੰਗਿਆ ਜਾਵੇ, ਤਾਂ ਕਿ ਜਿਹੜੇ ਮਹਿਕਮੇ ਦੇ ਵਿੱਚ ਹੋਰ ਨੇ ਇਹ ਜੋ ਤਰ੍ਹਾਂ ਦੀਆਂ ਕਾਲੀਆਂ ਭੇਡਾਂ ਨੇ ਜਿਹੜੀਆਂ ਕਰਤੂਤਾਂ ਇੱਦਾਂ ਦੀਆਂ ਕਰਦੇ ਨੇ ਤੇ ਉਹਨਾਂ ਨੂੰ ਨੱਥ ਪੈ ਜਾਵੇ। ਆਮ ਲੋਕਾਂ ਦੇ ਮਨਾਂ ਦੇ ਵਿੱਚ ਪੁਲਿਸ ਨੂੰ ਲੈ ਕੇ ਇੱਕ ਵੱਖਰੇ ਜਿਹੇ ਤਰ੍ਹਾਂ ਦਾ ਡਰ ਪਾਇਆ ਜਾਂਦਾ, ਇਹ ਕਾਰਨ ਕੀ ਆ? ਇਹਨਾਂ ਦੇ ਮਗਰ ਕੋਈ ਆਕਾ ਹੁੰਦਾ ਜਿਹੜਾ ਕਰਕੇ ਇਹਨਾਂ ਨੂੰ ਇਹ ਲਗਾਉਂਦਾ ਵੀ ਹੈ ਤੇ ਪੋਲੀਟੀਕਲ ਸ਼ਾਇਦ ਪਿੱਛੇ ਹੁੰਦੀ ਹੈ ਵੀ ਮੈਨੂੰ ਉਹਨਾਂ ਨੇ ਬਚਾ ਲੈਣਾ। ਇਸ ਕਰਕੇ ਮਤਲਬ ਕੀ ਹੈ, ਇਹ ਲੋਕਾਂ ਦਾ ਜਿਹੜੇ ਦਿਮਾਗ ਨੇ ਨਾ ਉਹ 'ਚ ਫਤੂਰ ਵੜ ਜਾਂਦਾ ਤੇ ਇਦਾਂ ਦੀ ਕਾਰਵਾਈ ਨੂੰ ਅੰਜਾਮ ਦਿੰਦੇ ਨੇ, ਜਿਹਦੇ ਕਰਕੇ ਸਾਰੀ ਪੁਲਿਸ ਦਾ ਅਕਸ ਖਰਾਬ ਹੁੰਦਾ। ਤਾਂ ਸਿਆਸੀ ਦਖਲਅੰਦਾਜ਼ੀ ਕਿਉਂ? ਕੀ ਇਹਦੇ ਲਈ ਰੋਕਣ ਦੇ ਲਈ ਕੁਝ ਸੀਨੀਅਰ ਅਫਸਰਸ ਵੱਲੋਂ ਕੁਝ ਕਦਮ ਨਹੀਂ ਚੁੱਕੇ ਜਾ ਰਹੇ ਜਾਂ ਕੀ ਕਾਰਨ? ਇਹ ਹੈ ਨਹੀਂ ਸੀ ਇੰਨਾ ਦਖਲਅੰਦਾਜ਼ੀ ਇਹਨਾਂ ਦੀ, ਕੋਈ ਹੈ ਨਹੀਂ ਸੀ ਪੋਲੀਟੀਕਲ ਲੋਕਾਂ ਦੀ। ਇਹ ਜਾ ਕੇ 95 96 ਤੋਂ ਬਾਅਦ 97 ਤੋਂ ਬਾਅਦ ਜਾ ਕੇ ਇਸ ਲਾਈਨ 'ਤੇ ਪੋਲੀਟੀਕਲ ਲੋਕਾਂ ਨੇ ਇਹਨਾਂ ਨੂੰ ਵੀ ਆਪਣੇ ਚੁੰਗਲ ਦੇ ਵਿੱਚ ਲੈਣਾ ਸ਼ੁਰੂ ਕਰਤਾ, ਆਪਣੀ ਅਕਸ਼ ਬਣਾਉਣ ਨੂੰ, ਆਪਣੀਆਂ ਵੋਟਾਂ ਇਕੱਠੀਆਂ ਕਰਨ ਨੂੰ। ਇਹਨੂੰ ਸੁਧਾਰਨ ਦਾ ਕੋਈ ਹੈ ਉਮੀਦ, ਸੁਧਰਨ ਦੀ ਉਮੀਦ ਹੈ ਤੁਹਾਡੇ ਜਿਹੇ ਅਫਸਰ ਨੂੰ ਜਿਨ੍ਹਾਂ ਨੇ ਖੁਦ ਆਪਣੀ ਡਿਊਟੀ ਜਿਹੜੀ ਇਮਾਨਦਾਰੀ ਨਾਲ 30 ਸਾਲ ਕੀਤੀ ਹੋਵੇ, ਜਾਂ ਬਸ ਜਿੱਦਾਂ ਇਹ ਸਿਸਟਮ ਚੱਲਦਾ ਹੈ ਇਹਨੂੰ ਚੱਲੀ ਜਾਣ? ਪਰ ਉਹ ਇਹੀ ਹੈ ਵੀ ਜਿਵੇਂ ਪਹਿਲਾਂ ਕਿਹਾ ਵੀ ਕੁਝ ਬੰਦੇ ਹੁੰਦੇ ਨੇ, ਚੰਦਜੀਤ ਬੰਦੇ, ਜਿਨ੍ਹਾਂ ਦੇ ਦਿਮਾਗ ਦੇ ਵਿੱਚ ਵਰਦੀ ਦਾ ਫਤੂਰ ਵੜ ਜਾਂਦਾ ਨਾ, ਉਹ ਜੋ ਉਹਦੇ ਕਰਕੇ ਫਿਰ ਜਿਹੜੇ ਬਾਕੀ ਪੁਲਿਸ ਮੁਲਾਜ਼ਮ ਨੇ ਜਿਹੜੇ ਚੰਗਾ ਕੰਮ ਵੀ ਕਰਦੇ ਨੇ ਉਹ ਵੀ ਨਾਲ ਰਗੜੇ ਜਾਂਦੇ ਨੇ, ਉਹਨਾਂ 'ਤੇ ਵੀ ਛਿੱਟੇ ਪੈਂਦੇ ਨੇ। ਸਤਿ ਸ਼੍ਰੀ ਅਕਾਲ ਦੋਸਤੋ, ਪ੍ਰਾਈਡ ਪੰਜਾਬ ਟੀਵੀ ਤੁਸੀਂ ਦੇਖ ਰਹੇ ਹੋ, ਮੈਂ ਸੰਸਾਰਦੀਪ। ਇਸ ਟਾਈਮ ਅਸੀਂ ਸਰਹੰਦ ਸ਼ਹਿਰ ਦੇ ਵਿੱਚ ਮੌਜੂਦ ਹਾਂ ਜੀ। ਪਿਛਲੇ ਕੁਛ ਦਿਨਾਂ ਤੋਂ ਇੱਕ ਪੰਜਾਬ ਦੇ ਵਿੱਚ ਮਾਹੌਲ ਬਣ ਰਿਹਾ, ਆਪਾਂ ਸਭ ਨੂੰ ਪਤਾ ਹੈ, ਪੁਲਿਸ ਨੂੰ ਲੈ ਕੇ, ਪੰਜਾਬ ਦੀ ਪੁਲਿਸ ਨੂੰ ਲੈ ਕੇ ਜੋ ਘਟਨਾਵਾਂ ਹੋਈਆਂ ਨੇ। ਇੱਕ ਪੁਲਿਸ ਅਫਸਰ ਦਾ, ਸੀਨੀਅਰ ਪੁਲਿਸ ਅਫਸਰ ਦਾ ਗਰੀਬ ਇੱਕ ਰੇਹੜੀ ਵਾਲੇ ਦੇ ਨਾਲ ਇਸ ਤਰ੍ਹਾਂ ਲੱਤ ਮਾਰਨਾ, ਜਾਂ ਹੋਰ ਵੀ ਇੱਕਾ ਦੁੱਕਾ ਘਟਨਾਵਾਂ ਜਿੰਨੀਆਂ ਵੀ ਹੋਈਆਂ ਨੇ, ਉਹਨਾਂ ਨੇ ਜੋ ਕੁਝ ਚੰਗੇ ਇਮਾਨਦਾਰ ਅਫਸਰ ਨੇ ਪੁਲਿਸ ਦੇ, ਉਹਨਾਂ ਦੇ ਉੱਪਰ ਵੀ ਇੱਕ ਧੱਬਾ ਜਿਹੜਾ ਲਗਾਇਆ। ਪਰ ਸੀਨੀਅਰ ਆਫੀਸਰਸ ਵੱਲੋਂ ਉਹਨਾਂ ਨੂੰ ਐਡੀ ਵੱਡੀ ਗਲਤੀ ਦੇ ਨਾਲ ਸਸਪੈਂਡ ਕਰ ਦਿੱਤਾ ਗਿਆ। ਸਵਾਲ ਇਹ ਖੜਾ ਹੋ ਜਾਂਦਾ ਕਿ ਸਸਪੈਂਡ ਕਰਨਾ ਇੱਕ ਹੱਲ ਹੈ ਕਿਸੇ ਮਸਲੇ ਦਾ? ਜਦੋਂ ਆਪਾਂ ਕਿਸੇ ਗਰੀਬ ਦੇ ਨਾਲ ਪੁਲਿਸ ਵਾਲੇ ਧੱਕਾ ਕਰਦੇ ਨੇ, ਇੱਕ ਮਜ਼ਦੂਰ ਦੇ ਨਾਲ ਧੱਕਾ ਕਰਦੇ ਨੇ, ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਗਰੀਬ ਮਜ਼ਦੂਰਾਂ ਦਾ ਕਹਿਣਾ ਕਿ ਪੁਲਿਸ ਦੀ ਜਿਹੜੀ ਜ਼ੋਰ ਜਮਾਇਸ਼ ਆ ਸਿਰਫ ਤੇ ਸਿਰਫ ਇੱਕ ਗਰੀਬ ਬੰਦੇ ਦੇ ਚੱਲਦੀ, ਤਕੜੇ ਬੰਦੇ ਨੂੰ ਦੇਖ ਕੇ ਪੁਲਿਸ ਵੀ ਜਿਹੜਾ ਉਹਨਾਂ ਦੇ ਉੱਪਰ ਕੋਈ ਕਾਰਵਾਈ ਨਹੀਂ ਕਰਦੀ। ਸਾਰੇ ਮਸਲੇ 'ਤੇ ਗੱਲਬਾਤ ਕਰਨ ਦੇ ਲਈ 30 ਸਾਲ ਪੁਲਿਸ ਦੀ ਨੌਕਰੀ ਕਰਨ ਵਾਲੇ DSP ਦੇ ਅਹੁਦੇ ਤੋਂ ਰਿਟਾਇਰ ਹੋ ਚੁੱਕੇ ਜਗਦੇਵ ਸਿੰਘ ਹੋਣੀ ਸਾਡੇ ਨਾਲ ਨੇ। ਇਹਨਾਂ ਦੇ ਨਾਲ ਆਪਾਂ ਗੱਲਬਾਤ ਕਰਾਂਗੇ ਅਤੇ ਜਾਣਾਂਗੇ ਪੁਲਿਸ ਦੀ ਕਾਰਗੁਜ਼ਾਰੀ ਬਾਰੇ, ਕਿ ਪਹਿਲਾਂ ਤੋਂ ਜਦੋਂ ਤੋਂ ਇਹਨਾਂ ਨੇ ਸਰਵਿਸ ਜਿਹੜੀ ਸ਼ੁਰੂ ਕੀਤੀ ਸੀ ਉਸ ਟਾਈਮ ਤੋਂ ਵੀ ਜਿਹੜਾ ਵਰਤਾਰਾ ਸੀ ਪੁਲਿਸ ਦਾ ਇਸ ਤਰ੍ਹਾਂ ਦਾ ਸੀ, ਜਾਂ ਹੁਣ ਕੁਝ ਕੀ ਕਾਰਨ ਨੇ ਜਿਨ੍ਹਾਂ ਕਰਕੇ ਪੁਲਿਸ ਦਾ ਵਰਤਾਰਾ ਗਰੀਬ ਬੰਦੇ ਲਈ, ਆਮ ਜਨਤਾ ਲਈ ਇੰਨਾ ਜਿਹੜਾ ਬੁਰਾ ਹੋ ਗਿਆ। ਆਓ ਪਹਿਲਾਂ DSP ਸਾਹਿਬ ਦਾ ਸਵਾਗਤ ਕਰ ਰਹੇ ਹਾਂ। ਸਤਿ ਸ਼੍ਰੀ ਅਕਾਲ ਸਰ, ਸਵਾਗਤ ਤੁਹਾਡਾ। ਸਤਿ ਸ਼੍ਰੀ ਅਕਾਲ। ਪ੍ਰਾਈਡ TV ਦਾ ਧੰਨਵਾਦ ਤੇ ਮੈਨੂੰ ਮੌਕਾ ਦਿੱਤਾ ਕਿ ਆਪ ਦੇ ਸਰੋਤਿਆਂ ਦੇ ਰੂਬਰੂ ਹੋ ਸਕੀਏ। ਸਰ, ਇੱਕ ਪੁਲਿਸ ਦੀ ਆਪਾਂ ਗੱਲ ਕਰੀਏ, ਪਹਿਲਾਂ ਆਮ ਲੋਕਾਂ ਤੋਂ ਆਪਾਂ ਸ਼ੁਰੂਆਤ ਕਰਦੇ ਹਾਂ। ਜਦੋਂ ਪੁਲਿਸ ਬਣਾਈ ਗਈ, ਸੰਵਿਧਾਨ ਦੇ ਵਿੱਚ ਵੀ ਇਹੀ ਦਰਜ ਆ ਕਿ ਆਮ ਲੋਕਾਂ ਦੀ ਸੇਵਾ ਦੇ ਲਈ ਪੁਲਿਸ ਬਣਾਈ ਗਈ, ਪਰ ਆਮ ਲੋਕਾਂ ਦੇ ਮਨਾਂ ਦੇ ਵਿੱਚ ਪੁਲਿਸ ਨੂੰ ਲੈ ਕੇ ਇੱਕ ਵੱਖਰੇ ਜਿਹੇ ਤਰ੍ਹਾਂ ਦਾ ਡਰ ਪਾਇਆ ਜਾਂਦਾ। ਇਹ ਕਾਰਨ ਕੀ ਆ ਪੁਲਿਸ ਦਾ ਆਮ ਲੋਕਾਂ ਦੇ ਵਿੱਚ ਇਸ ਤਰ੍ਹਾਂ ਦਹਿਸ਼ਤ ਦੇ ਰੂਪ ਦੇ ਵਿੱਚ ਵਸਣਾ? ਦੇਖੋ, ਸਾਰੀ ਪੁਲਿਸ ਨਹੀਂ ਮਾੜੀ ਹੁੰਦੀ ਹੈਗੀ, ਚੰਦ ਕੁ ਬੰਦੇ ਹੁੰਦੇ ਨੇ ਜਿਨ੍ਹਾਂ ਦੇ ਕਰਕੇ ਸਾਰੇ ਮਹਿਕਮੇ ਦਾ ਅਕਸ਼ ਖਰਾਬ ਹੁੰਦਾ। ਤੇ ਇਹ ਸਾਰਾ ਜਿਹੜਾ ਉਸ ਕਰਕੇ ਜਿਹੜਾ ਦੂਜੇ ਮਹਿਕਮੇ ਦੇ ਹੋਰ ਸਾਰੇ ਲੋਕਾਂ ਨੂੰ, ਜਿਹੜੇ ਚੰਗੇ ਕੰਮ ਕਰਨ ਵਾਲੇ, ਅੱਛੇ ਕੰਮ ਕਰਨ ਵਾਲੇ ਨੇ, ਉਹਨਾਂ 'ਤੇ ਵੀ ਉਂਗਲ ਉੱਠਦੀ ਹੈ। ਜਿਸ ਤਰ੍ਹਾਂ ਹੁਣ ਇੱਕ ਰੇਹੜੀ ਵਾਲੇ ਦੇ ਲੱਤ ਮਾਰ ਕੇ ਇੱਕ ਮਜ਼ਦੂਰ ਦੇ ਰੇਹੜੀ 'ਤੇ ਉਹਨੂੰ ਬੇਕਸੂਰੇ ਨੂੰ ਉਸ SHO ਨੇ ਕੀਤਾ ਜੋ ਕਾਰਾ, ਅਤੇ ਉਹਦੇ ਦਾ ਜੋ ਕੀਤਾ, ਸਭ ਤੋਂ ਪਹਿਲਾਂ ਤਾਂ ਇਹਦੇ ਵਿੱਚ ਉਸ SSP ਦੀ ਪ੍ਰਸ਼ੰਸਾ ਕਰਨੀ ਬਣਦੀ। ਉਹਨੇ ਬਹੁਤ ਸ਼ਲਾਘਾਯੋਗ ਕੰਮ ਕੀਤਾ, ਜਿਹੜਾ ਕਿ ਯਕਦਮ ਹੀ ਉਸ ਨੂੰ ਬਿਨਾਂ ਕਿਸੇ ਕਾਰਵਾਈ ਤੋਂ, ਬਿਨਾਂ ਕਿਸੇ ਇਨਕੁਆਇਰੀ ਤੋਂ ਜਾਂ ਹੋਰ ਤੋਂ ਉਹਨੂੰ ਸਸਪੈਂਡ ਕੀਤਾ। ਚਲੋ ਇਹ ਐਡਾ ਹੀ ਬਹੁਤ ਕਦਮ ਹੈ, ਕਿਉਂਕਿ ਨਹੀਂ ਤਾਂ ਇਨਕੁਆਇਰੀਆਂ ਦੇ ਵਿੱਚ ਪੈ ਕੇ ਕਲੀਨ ਚਿੱਟਾਂ ਮਿਲ ਜਾਂਦੀਆਂ ਨੇ।
ਸਭ ਤੋਂ ਵਧੀਆ ਸ਼ਲਾਘਾਯੋਗ ਹੈ ਵੀ ਜੇ ਇਸ ਤਰ੍ਹਾਂ ਦੇ ਅਫਸਰ ਹੋਣ, ਯਕਦਮ ਮੌਕੇ 'ਤੇ ਕਾਰਵਾਈ ਹੋ ਜਾਵੇ ਤਾਂ ਵੀ ਜਿਹੜਾ ਜਿਸ ਤਰ੍ਹਾਂ ਵੀ ਇੱਕ ਕੌਮ ਮਾਰ ਕੇ ਟੰਗਿਆ ਜਾਵੇ, ਤਾਂ ਕਿ ਜਿਹੜੇ ਮਹਿਕਮੇ ਦੇ ਵਿੱਚ ਹੋਰ ਨੇ ਇਹ ਜੋ ਤਰ੍ਹਾਂ ਦੀਆਂ ਕਾਲੀਆਂ ਭੇਡਾਂ ਨੇ ਜਿਹੜੀਆਂ ਕਰਤੂਤਾਂ ਇੱਦਾਂ ਦੀਆਂ ਕਰਦੇ ਨੇ, ਤੇ ਉਹਨਾਂ ਨੂੰ ਨੱਥ ਪੈ ਜਾਵੇ, ਤਾਂ ਕਿ ਲੋਕੀ ਜਿਹੜੇ ਨੇ ਪੁਲਿਸ ਮੁਲਾਜ਼ਮ ਹੋਰ ਵੀ ਅਵੇਅਰ ਰਹਿਣ, ਵੀ ਗਲਤ ਕੰਮ ਕਰਨ ਤੋਂ ਪਹਿਲਾਂ ਸੋਚਣ, ਜਾਂ ਆਪਣੇ ਆਪ ਨੂੰ ਉਹਨਾਂ ਲੋਕਾਂ ਦੇ ਵਿੱਚ ਉਸ ਜਰੀਏ ਜੇ ਪਾ ਕੇ ਦੇਣ ਵੀ ਜੇ ਮੈਂ ਇਹਦੀ ਜਗ੍ਹਾ 'ਤੇ ਹੁੰਦਾ ਤਾਂ ਮੇਰੇ ਨਾਲ ਇੱਦਾਂ ਹੁੰਦੀ ਤਾਂ ਮੈਂ ਕੀ ਕਰਦਾ। ਇਸ ਲਈ ਉਹ ਸਭ ਤੋਂ ਵੱਡਾ ਜੋ ਸ਼ਲਾਘਾ ਦੇ ਪਾਤਰ ਨੇ ਐਸਐਸਪੀ ਸਾਹਿਬ ਨੇ, ਜਿਨ੍ਹਾਂ ਨੇ ਇਹ ਕਾਰਵਾਈ ਕੀਤੀ ਹੈ। ਸਸਪੈਂਡ ਐਸਐਸਪੀ ਸਾਹਿਬ ਵੱਲੋਂ ਚਲੋ ਸ਼ਲਾਘਾ ਕਰਦੇ ਆ, ਸਾਡੀ ਟੀਮ ਵੀ ਸਾਰੀ ਇਸ ਕਦਮ ਦੀ ਸ਼ਲਾਘਾ ਕਰਦੀ, ਪਰ ਜਦੋਂ ਇੱਕ ਗਰੀਬ ਦੇ ਰੁਜ਼ਗਾਰ ਦੇ ਉੱਪਰ ਲੱਤ ਮਾਰੀ ਗਈ, ਉਹਨਾਂ ਦੀ ਸਬਜ਼ੀਆਂ ਜਿਹੜੀਆਂ ਨੇ ਖਰਾਬ ਕੀਤੀਆਂ ਗਈਆਂ, ਖੰਡਾਈਆਂ ਗਈਆਂ, ਕਿਉਂ ਇਸ ਤਰ੍ਹਾਂ ਦੀ ਕਾਰਵਾਈ ਪੁਲਿਸ ਕਿਉਂ ਕਰਦੀ ਹੈ ਕਿ ਜਦੋਂ ਕਿ ਉਹਨਾਂ ਨੂੰ ਕੋਈ ਵਾਰਨਿੰਗ ਵੀ ਦਿੱਤੀ ਜਾ ਸਕਦੀ ਸੀ, ਜਦ ਕਿ ਸਰਕਾਰ ਵੱਲੋਂ ਇਹ ਜਿਹੜੇ ਗਾਈਡਲਾਈਨਸ ਨੇ ਕਿ ਫਲਾਂ ਦੀਆਂ ਸਬਜ਼ੀਆਂ ਦੀਆਂ ਦੁਕਾਨਾਂ ਜਿਹੜੀਆਂ ਨੇ ਖੁੱਲ੍ਹ ਸਕਦੀਆਂ ਨੇ, ਫਿਰ ਵੀ ਇਸ ਤਰ੍ਹਾਂ ਦੀ ਇੱਕ ਐਸਐਚਓ ਵੱਲੋਂ, ਇੱਕ ਸੁਲਝੇ ਹੋਏ ਅਫਸਰ ਵੱਲੋਂ ਇਸ ਤਰ੍ਹਾਂ ਦੀ ਕਾਰਵਾਈ ਕਰਨਾ ਕਿੰਨਾ ਕੁ ਜਾਇਜ਼ ਹੈ? ਕਿਉਂ ਕਰਦੇ ਨੇ ਇੱਦਾਂ ਦੀ ਕਾਰਵਾਈ? ਨਹੀਂ, ਇਹ ਸੁਲਝੇ ਹੋਏ ਵਾਲੀ ਨਹੀਂ ਗੱਲ ਹੁੰਦੀ, ਇਹਨਾਂ ਦੇ ਮਗਰ ਕੋਈ ਆਕਾ ਹੁੰਦਾ ਜਿਹੜਾ ਕਰਕੇ ਇਹਨਾਂ ਨੂੰ ਇਹ ਲਗਾਉਂਦਾ ਵੀ ਹੈ, ਤੇ ਪੋਲੀਟੀਕਲ ਸ਼ਾਇਦ ਪਿੱਛੇ ਹੁੰਦੀ ਹੈ ਵੀ ਮੈਨੂੰ ਉਹਨਾਂ ਨੇ ਬਚਾ ਲੈਣਾ। ਇਸ ਕਰਕੇ ਮਤਲਬ ਕੀ ਹੈ, ਇਹ ਲੋਕਾਂ ਦਾ ਜਿਹੜੇ ਦਿਮਾਗ ਨੇ ਨਾ ਉਹ 'ਚ ਫਤੂਰ ਵੜ ਜਾਂਦਾ, ਤੇ ਇੱਦਾਂ ਦੀ ਕਾਰਵਾਈ ਨੂੰ ਅੰਜਾਮ ਦਿੰਦੇ ਨੇ, ਜਿਹਦੇ ਕਰਕੇ ਸਾਰੀ ਪੁਲਿਸ ਦਾ ਅਕਸ ਖਰਾਬ ਹੁੰਦਾ ਹੈ। ਤੁਸੀਂ ਕਿਹਾ ਕਿ ਪੋਲੀਟੀਕਲ ਆਕਾ, ਤੁਸੀਂ 1990 ਦੇ ਵਿੱਚ, ਜੇ ਮੈਂ ਗਲਤ ਨਾ ਹੋਵਾਂ ਤਾਂ ਪੁਲਿਸ ਦੇ ਵਿੱਚ ਭਰਤੀ ਹੋਏ ਹੋ, ਉਸ ਟਾਈਮ ਤੋਂ ਹੀ ਜਿਹੜਾ ਪੁਲਿਸ ਦਾ ਸਿਆਸੀਕਰਨ ਹੋ ਰਿਹਾ, ਜਾਂ ਇਹ ਜ਼ਿਆਦਾ ਹੁਣ ਜਿਹੜਾ ਕੰਮ ਵੱਧ ਗਿਆ ਤੁਹਾਡੀ ਸਰਵਿਸ ਤੋਂ ਬਾਅਦ ਵੀ ਇਹ ਜ਼ਿਆਦਾ ਕੰਮ ਵੱਧ ਗਿਆ? ਜੇ ਸਿਆਸੀਕਰਨ ਹੋ ਰਿਹਾ, ਇੱਕ ਪੁਲਿਸ ਨੂੰ ਆਜ਼ਾਦ ਮਹਿਕਮਾ ਮੰਨਿਆ ਜਾਂਦਾ, ਜੇ ਪੁਲਿਸ ਨੇ ਸਹੀ ਕੰਮ ਕਰਨਾ, ਤਾਂ ਸਿਆਸੀ ਦਖਲਅੰਦਾਜ਼ੀ ਕਿਉਂ? ਕੀ ਇਹਦੇ ਲਈ ਰੋਕਣ ਦੇ ਲਈ ਕੁਝ ਸੀਨੀਅਰ ਅਫਸਰਸ ਵੱਲੋਂ ਕੁਝ ਕਦਮ ਨਹੀਂ ਚੁੱਕੇ ਜਾ ਰਹੇ, ਜਾਂ ਕੀ ਕਾਰਨ ਹੈ ਇਹਦਾ? ਨਹੀਂ, ਇਹ ਪਹਿਲਾਂ ਮਤਲਬ ਜਦੋਂ ਅਸੀਂ ਭਰਤੀ ਹੋਏ ਸੀ ਉਦੋਂ ਇਹ ਹੈ ਨਹੀਂ ਸੀ, ਇੰਨਾ ਦਖਲਅੰਦਾਜ਼ੀ ਇਹਨਾਂ ਦੀ ਕੋਈ ਹੈ ਨਹੀਂ ਸੀ ਪੋਲੀਟੀਕਲ ਲੋਕਾਂ ਦੀ। ਇਹ ਜਾ ਕੇ 95 96 ਤੋਂ ਬਾਅਦ 97 ਤੋਂ ਬਾਅਦ ਜਾ ਕੇ ਇਸ ਲਾਈਨ 'ਤੇ ਪੋਲੀਟੀਕਲ ਲੋਕਾਂ ਨੇ ਇਹਨਾਂ ਨੂੰ ਵੀ ਆਪਣੇ ਚੁੰਗਲ ਦੇ ਵਿੱਚ ਲੈਣਾ ਸ਼ੁਰੂ ਕਰਤਾ, ਆਪਣੀ ਅਕਸ਼ ਬਣਾਉਣ ਨੂੰ, ਆਪਣੀਆਂ ਵੋਟਾਂ ਇਕੱਠੀਆਂ ਕਰਨ ਨੂੰ, ਆਪਣੇ ਵੋਟਾਂ ਦਾ ਦਾਇਰਾ ਵਧਾਉਣ ਵਾਸਤੇ, ਵੀ ਹਰੇਕ ਕਿਸੇ 'ਤੇ ਜਾਇਜ਼ ਨਜਾਇਜ਼ ਕਾਰਵਾਈ ਕਰਨ ਲਈ। ਤੇ ਉਹਨਾਂ ਲੋਕਾਂ ਨੇ ਆਪਣੇ ਚੁੰਗਲ ਦੇ ਵਿੱਚ ਇਸ ਮਹਿਕਮੇ ਨੂੰ ਲੈ ਲਿਆ, ਤਾਂ ਕਿ ਜਿਹੜੇ ਨੇ ਉਹਨਾਂ ਦੁਆਰਾ ਹੀ ਪੋਸਟਿੰਗਾਂ, ਉਹਨਾਂ ਦੁਆਰਾ ਹੀ ਮਤਲਬ ਬਦਲੀਆਂ ਜਾਂ ਹੋਰ ਕਰਨੀਆਂ, ਉਹਨਾਂ ਦੁਆਰਾ ਹੀ ਜਾਇਜ਼ ਨਜਾਇਜ਼ ਕੰਮ ਕਰਾਉਣੇ। ਇਸ ਕਰਕੇ ਜਿਹੜਾ ਇਹ ਆ ਕੇ ਬਾਅਦ ਦੇ ਵਿੱਚ 97 ਤੋਂ ਮੈਂ ਸੋਚਦਾ ਵੀ ਉਹਦੇ ਬਾਅਦ ਦੇ ਵਿੱਚ ਇਹ ਜਿਹੜਾ ਇਸ ਪਾਸੇ ਨੂੰ ਜਿਹੜੀ ਆ ਉਹ ਪੁਲਿਸ ਤੁਰਿਆ ਕੁਰਸੀ ਲੈਣ ਦੇ ਚੱਕਰ ਦੇ ਵਿੱਚ। ਜਦੋਂ ਕਿਸੇ ਗਰੀਬ ਦੇ ਨਾਲ ਧੱਕਾ ਹੁੰਦਾ ਤਾਂ ਪੁਲਿਸ ਦੀ ਗਲਤੀ ਬਹੁਤ ਵੱਡੀ ਲੋਕਾਂ ਵੱਲੋਂ ਕੱਢੀ ਜਾਂਦੀ ਕਿ ਪੁਲਿਸ ਨਜਾਇਜ਼ ਧੱਕਾ ਕਰਦੀ ਆ। ਉਹਨਾਂ ਦੀ ਸ਼ਿਕਾਇਤ ਇਹ ਹੁੰਦੀ ਜਦੋਂ ਕੋਈ ਤਕੜਾ ਬੰਦਾ ਆਉਂਦਾ ਹੈ ਤਾਂ ਪੁਲਿਸ ਦੀ ਜਿਹੜੀ ਬੋਲਤੀ ਆ ਉਹ ਬੰਦ ਹੋ ਜਾਂਦੀ, ਕਿਸੇ ਗਰੀਬ ਨੂੰ ਦੇਖ ਕੇ ਪੁਲਿਸ ਦਾ ਡੰਡਾ ਵੀ ਚੱਲ ਜਾਂਦਾ ਹੈ। ਕਿੰਨੀ ਕੁ ਜਾਇਜ਼ ਹੈਗੀ ਇਹ ਗੱਲ? ਕਿਉਂਕਿ ਤੁਸੀਂ ਖੁਦ 30-32 ਸਾਲ ਮਹਿਕਮੇ ਦੇ ਵਿੱਚ ਰਹੇ ਹੋ, ਤੁਹਾਨੂੰ ਵੀ ਇੱਦਾਂ ਦੇ ਕੇਸ ਮਿਲਦੇ ਹੋਣਗੇ ਜਿਹੜੇ ਸਿਆਸੀ ਦਬਾਅ ਪਾਇਆ ਜਾਂਦਾ ਹੈ, ਜਾਂ ਕਿਸੇ ਗਰੀਬ ਦੇ ਨਾਲ ਧੱਕਾ ਕਰਨ ਲਈ ਪੁਲਿਸ ਨੂੰ ਵੀ ਕਿਸੇ ਕੋਨੇ ਆਪਾਂ ਕਹਿ ਸਕਦੇ ਹਾਂ ਮਜਬੂਰ ਕੀਤਾ ਜਾਂਦਾ। ਨਹੀਂ, ਇਹ ਆਪਣੇ ਜਿਹੜੀ ਟੌਰ ਟੱਪਾ ਜਿਹੜੀ ਆਪਣੀ ਹੈਂਕੜਬਾਜੀ ਨਾ ਜਾ ਕੇ ਦਿਖਾਉਂਦੇ ਹੀ ਪੁਲਿਸ ਗਰੀਬ 'ਤੇ ਨੇ, ਕਿਉਂਕਿ ਨਾ ਉਹ ਤਾਂ ਕਿਸੇ ਆਕਾ ਕੋਲ ਜਾ ਸਕਦਾ, ਨਾ ਕੋਈ ਉਹਦੇ ਕਿਤੇ ਸੁਣਵਾਈ ਹੁੰਦੀ ਹੈ। ਇਸ ਕਰਕੇ ਜ਼ਿਆਦਾ ਰੋਹਬ ਜਮਾਉਣ ਦਾ ਗਰੀਬਾਂ 'ਤੇ ਇਹਨਾਂ ਦਾ ਜ਼ਿਆਦਾ ਹੱਥ ਚੱਲਦਾ, ਗਰੀਬ ਨੂੰ ਇਹਦੀ ਮਾਰ ਪੈਂਦੀ ਹੈ। ਕਿਉਂਕਿ ਜਦੋਂ ਹੁਣ ਇਹ ਜਿਵੇਂ ਇਸ ਤਰ੍ਹਾਂ ਲੋਕਡਾਊਨ ਲੱਗਾ ਜਾਂ ਹੋਰ ਲਿਖਿਆ, ਗਰੀਬ ਇਹ ਰੁਜ਼ਗਾਰ ਦੀ ਭਾਲ ਦੇ ਵਿੱਚ ਇੱਧਰ ਉੱਧਰ ਭੜਕਦੇ ਫਿਰਦੇ ਨੇ, ਕਿ ਇਹ ਕਾਰਵਾਈ ਵੀ ਜ਼ਿਆਦਾ ਜਿਹੜਾ ਚਲਾਨਬਾਜ਼ੀ ਕੱਟਣੀ ਹੋਰ ਕਰਨੀ, ਉਹ ਗਰੀਬਾਂ 'ਤੇ ਹੀ ਜ਼ਿਆਦਾ ਮਾਰ ਪੈਂਦੀ ਹੈ, ਇਹਦੀ ਮਾਰ ਪੈਂਦੀ ਹੈ। ਜਦੋਂ ਹੁਣ ਆਪਾਂ ਨੇ ਗੱਲ ਕੀਤੀ, ਚਾਹੇ ਸਬਜ਼ੀ ਵਾਲੇ ਦੀ ਗੱਲ ਕਰ ਲਈਏ, ਚਾਹੇ ਇੱਕ ਵੀਡੀਓ ਕਾਫੀ ਵਾਇਰਲ ਹੋਈ, ਉਹ ਦਾਰੂ ਪੀ ਕੇ ਜਾਂ ਕੁਝ ਇੱਦਾਂ ਦਾ ਹੋਰ ਨਸ਼ਾ ਕਰਕੇ ਪੁਲਿਸ ਵਾਲੇ ਜਿਹੜੇ ਗਲਤ ਸ਼ਬਦਾਵਲੀ ਦਾ ਜਿਹੜਾ ਇਸਤੇਮਾਲ ਕਰ ਰਹੇ ਨੇ, ਉਹਨਾਂ ਉੱਪਰ ਵੀ ਕਾਰਵਾਈ ਹੋਈ ਆ, ਡਿਮੋਸ਼ਨ ਉਹਨਾਂ ਦੀ ਕੀਤੀ ਗਈ ਤੇ ਸਸਪੈਂਡ ਕਰ ਦਿੱਤਾ ਗਿਆ। ਸਵਾਲ ਇਹ ਉੱਠਦਾ ਕਿ ਲੋਕੀ ਕਹਿੰਦੇ ਵੀ ਇੱਕ ਵਾਰੀ ਸਸਪੈਂਡ ਹੋ ਕੇ 10-12 ਦਿਨ ਬਾਅਦ ਜਦੋਂ ਮਸਲਾ ਜਿਹੜਾ ਖਤਮ ਹੋ ਜਾਊਗਾ, ਠੰਡਾ ਪੈ ਜਾਊਗਾ, ਫਿਰ ਬਹਾਲ ਕਰ ਦਿੱਤਾ ਜਾਊ। ਕਿ ਸਸਪੈਂਡ ਕਰਨਾ ਹੀ ਇੱਕ ਹੱਲ ਹੈਗਾ ਜਾਂ ਇਸ ਤੋਂ ਉੱਪਰ ਸਖਤ ਕਾਰਵਾਈ ਜਿਹੜੀ ਹੋਰ ਹੋਣੀ ਚਾਹੀਦੀ ਆ? ਨਹੀਂ, ਸਖਤ ਕਾਰਵਾਈ ਉਹਦੇ ਮੁਤਾਬਕ ਜੋ ਉਹਨਾਂ ਨੇ ਕਾਰਵਾਈ ਕੀਤੀ ਕਰਨੀ ਬਣਦੀ ਹੈ। ਚਲੋ, ਇਹ ਵੀ ਬਹੁਤ ਵੱਡਾ ਉਹ ਐਸਐਸਪੀ ਸਾਹਿਬ ਦਾ ਸ਼ਲਾਘਾਯੋਗ ਕਦਮ ਹੈ ਜਿਹੜਾ ਕਿ ਉਹਨਾਂ ਨੇ ਇਮੀਡੀਏਟਲੀ ਐਕਸ਼ਨ ਲੈ ਕੇ ਕਾਰਵਾਈ ਕੀਤੀ ਹੈ। ਨਹੀਂ ਤਾਂ ਮਤਲਬ ਇਸ ਨੂੰ ਵੀ ਆਈ ਗਈ ਕਰ ਦਿੱਤਾ ਜਾਂਦਾ ਬਹੁਤ ਮਾਮਲਿਆਂ ਦੇ ਵਿੱਚ। ਹਾਂ, ਸੁਣਵਾਈ ਨਹੀਂ ਹੁੰਦੀ ਗਰੀਬ ਦੀ।
ਕਿਉਂਕਿ ਇਹਦੇ ਵਿੱਚ ਉਹਨਾਂ ਨੇ ਵਧੀਆ ਕੰਮ ਕੀਤਾ। ਕਿਉਂਕਿ ਜਿਹੜੇ ਜ਼ਿਆਦਾ ਮਤਲਬ ਮਾਰ ਇਹਨਾਂ ਨੂੰ ਲੋਕਾਂ ਨੂੰ ਗਰੀਬਾਂ ਨੂੰ ਇਸ ਦੀ ਪੈਂਦੀ ਹੈ, ਗਰੀਬਾਂ ਨੂੰ ਇਸ ਦੀ। ਹਾਂ, ਉਸ 'ਤੇ ਹੀ ਆਪਣੀ ਇਹ ਹੈਂਕੜਬਾਜ਼ੀ ਚਲਾਉਂਦੇ ਨੇ। ਕਿਉਂਕਿ ਦੂਜੇ ਤਾਂ ਆਮ ਦੇਖਣ ਦੇ ਵਿੱਚ ਆਇਆ, ਅਗਲਾ ਫੋਨ ਕੱਢ ਕੇ ਲਾ ਦਿੰਦਾ ਜੀ, ਕਰਿਓ ਗੱਲ। ਉਹ ਜਦੇ ਤੋੜਨ ਦੀ ਗੱਲ, ਜਾਓ ਜੀ ਜਾਓ ਤੁਸੀਂ, ਤੁਹਾਡੀ ਕੋਈ ਗੱਲ ਨਹੀਂ ਹੈਗੀ, ਠੀਕ ਹੈ। ਉਹ ਜਿਹੜੇ ਚਲਾਨ ਵਗੈਰਾ ਹੋਰ ਕੱਟੇ, ਇੱਕ ਤਾਂ ਦੋਹਰੀ ਮਾਰ ਉਹਨਾਂ ਨੂੰ ਪੈ ਰਹੀ ਹੈ, ਇੱਕ ਤਾਂ ਕਰੋਨਾ ਦੀ ਮਾਰ ਪੈ ਰਹੀ ਹੈ, ਅਤੇ ਦੂਜੀ ਉਹਨਾਂ ਨੂੰ ਪੈ ਰਹੀ ਹੈ ਵੀ ਚਲਾਨ ਵਗੈਰਾ ਜਾਂ ਹੋਰ ਕੁਝ ਹੁੰਦਾ ਹੈ, ਉਹ ਵੀ ਡੰਡਾ ਉਹਨਾਂ 'ਤੇ ਹੀ ਚੱਲਦਾ ਹੈ। ਪੁਲਿਸ ਨੂੰ ਇੱਕ ਅੰਕੜੇ ਨਿਕਲ ਕੇ ਸਾਹਮਣੇ ਆਏ ਨੇ ਕਿ ਪੁਲਿਸ ਨੇ ਤਕਰੀਬਨ ਜਿਹੜੇ 8 ਕਰੋੜ ਰੁਪਈਏ ਦੇ ਚਲਾਨ ਕੀਤੇ ਨੇ, ਉਹ ਜ਼ਿਆਦਾਤਰ ਦੁਕਾਨਦਾਰਾਂ ਦੇ ਜਾਂ ਦਿਹਾੜੀ ਕਰਨੇ ਵਾਲੇ ਦੇ, ਰੇਹੜੀ ਵਾਲੇ ਦੇ ਕੀਤੇ ਨੇ। ਇੱਕ ਪਾਸੇ ਲੋਕੀ ਕਹਿੰਦੇ ਕਿ ਅਸੀਂ ਤਾਂ ਪਹਿਲਾਂ ਹੀ ਲੋਕਡਾਊਨ ਨੇ ਖਤਮ ਕਰਤੇ, ਤੁਸੀਂ ਪਹਿਲਾਂ ਗੱਲ ਕਰਕੇ ਹਟੇ ਹੋ ਕਿ ਰੁਜ਼ਗਾਰ ਦਾ ਕੋਈ ਇਨਕਮ ਦਾ ਸਾਡੇ ਕੋਲ ਸਾਧਨ ਨਹੀਂ, ਉੱਤੋਂ ਪੁਲਿਸ ਧੱਕਾ ਕਰ ਰਹੀ ਹੈ, ਨਜਾਇਜ਼ ਚਲਾਨ ਕਰ ਰਹੀ ਹੈ ਆਪਣੇ ਜਿਹੜੇ ਆਕਾਵਾਂ ਨੂੰ, ਆਪਣੇ ਤੁਸੀਂ ਪਹਿਲਾਂ ਗੱਲ ਕੀਤੀ ਪੁਲਿਸ ਅਫਸਰ ਨੂੰ ਆਪਣਾ ਕੋਟਾ ਪੂਰਾ ਕਰਨ ਦੇ ਲਈ। ਇਹ ਕਿੱਥੇ ਤੱਕ ਜਾਇਜ਼ ਹੈ? ਜੇ ਕੀ ਇਹ ਚਲਾਨ ਜਿਹੜੇ ਨੇ ਕੁਛ ਟਾਈਮ ਲਈ ਬੰਦ ਨਹੀਂ ਹੋ ਸਕਦੇ, ਕਰਨੇ ਚਾਹੀਦੇ ਮਹਿਕਮੇ ਨੂੰ? ਨਹੀਂ, ਵਧੀਆ ਤਾਂ ਢੰਗ ਹੈ ਵੀ ਲੋਕਾਂ ਨੂੰ ਇਹਦੇ ਵਾਸਤੇ ਅਵੇਅਰ ਕੀਤਾ ਜਾਵੇ। ਸਭ ਤੋਂ ਵਧੀਆ ਢੰਗ ਤਾਂ ਇਹ ਹੈ ਵੀ ਉਹਨਾਂ ਨੂੰ ਕੋਈ ਨਾ ਕੋਈ ਬਣਦੀ ਏਡ ਇਸ ਸਮੇਂ ਦੇ ਵਿੱਚ, ਤਾਂ ਕਿ ਮਤਲਬ ਕੀ ਆ, ਉਹ ਇਹ ਰੂਲ ਜੋ ਲਾਕਡਾਊਨ ਦੇ ਨੇ ਉਹਨਾਂ ਨੂੰ ਫੋਲੋ ਕਰਨ। ਕਿਉਂਕਿ ਭੁੱਖਮਰੀ ਹੈ ਜਿਹੜੀ, ਉਹ ਫਿਰ ਸਭ ਕੁਝ ਕਰਾਉਂਦੀ ਹੈ, ਉਹ ਨਿਕਲਣ ਲਈ ਬਾਹਰ ਮਜਬੂਰ ਕਰਦੀ ਹੈ ਲੋਕਾਂ ਨੂੰ। ਉਹਨਾਂ ਨੇ ਖਾਣਾ ਕਿੱਥੋਂ ਹੈ? ਉਹਨਾਂ ਨੇ ਆਪਣਾ ਕੰਮ ਕਰਨਗੇ ਤਾਂ ਹੀ ਉਹ ਆਪਣਾ ਹੈਂਡ ਟੂ ਮਾਊਥ ਵਾਲੇ ਹੈਗੇ ਨੇ ਬੰਦੇ, ਠੀਕ ਹੈ ਕਿ ਨਹੀਂ? ਉਹਨਾਂ ਨੂੰ ਆਪਣੀ ਕਾਰਵਾਈ ਦੇ ਵਿੱਚ ਜਿਹੜੇ ਤਾਂ ਹੀ ਉਲਝਦੇ ਨੇ ਵੀ ਉਹਨਾਂ ਨੂੰ ਆਪਣਾ ਪਰਿਵਾਰ ਪਾਲਣਾ, ਠੀਕ ਹੈ। ਇਹਨਾਂ ਨੂੰ ਲੋਕਾਂ ਨੂੰ ਜਾਂ ਪੁਲਿਸ ਨੂੰ ਵੀ ਅਵੇਅਰ ਕਰਨਾ ਚਾਹੀਦਾ, ਕੋਈ ਵਾਰਨਿੰਗ ਦੇ ਕੇ ਜਾਂ ਹੋਰ ਦੇ ਕੇ ਵੀ, ਜਾਂ ਉਹਨਾਂ ਦਾ ਕਿਸੇ ਨਾ ਕਿਸੇ ਤਰ੍ਹਾਂ ਕੋਈ ਏਡ ਕਰਕੇ ਉਹਨਾਂ ਨੂੰ ਇਹ ਵੀ ਇਸ ਤੋਂ ਆਪਣਾ ਹੈਲਪ ਕਰਕੇ ਉਹਨਾਂ ਨੂੰ ਉਹ ਆਪਣਾ ਘਰ ਬੈਠਣ। ਅਤੇ ਤਦੀ ਹੈ, ਨਹੀਂ ਤਾਂ ਫਿਰ ਇਹਦੀ ਅਵੰਗੜਾ ਹੁੰਦੀ ਰਹਿੰਦੀ ਹੈ ਕਿ ਇਸ ਤਰ੍ਹਾਂ ਦੀਆਂ ਕਾਰਵਾਈਆਂ ਪਬਲਿਕ ਦੇ ਵਿੱਚ ਆਉਂਦੀਆਂ ਰਹਿੰਦੀਆਂ ਨੇ ਜੀ। ਇੱਕ ਪੁਲਿਸ 'ਤੇ ਬਹੁਤ ਵੱਡੇ ਇਲਜ਼ਾਮ ਲੱਗਦੇ ਨੇ। ਚਲੋ ਤੁਸੀਂ ਪਹਿਲਾਂ ਸ਼ੁਰੂ ਦੇ ਵਿੱਚ ਗੱਲ ਕੀਤੀ ਕਿ ਸਾਰੀ ਪੁਲਿਸ ਮਾੜੀ ਨਹੀਂ ਹੁੰਦੀ, ਪਰ ਰਿਸ਼ਵਤਖੋਰੀ ਦਾ ਇਲਜ਼ਾਮ ਪੁਲਿਸ ਦੇ ਉੱਪਰ ਬਹੁਤ ਲੱਗਦਾ ਕਿ ਸੀਨੀਅਰ ਆਫੀਸਰਸ ਵੱਲੋਂ ਜਿਹੜਾ ਇੱਕ ਛੋਟੇ ਲੈਵਲ ਦੇ ਪੁਲਿਸ ਵਾਲੇ ਨੂੰ, ਇੱਕ ਸਿਪਾਹੀ ਨੂੰ ਜਾਂ ਇੱਕ ਹੌਲਦਾਰ ਨੂੰ ਮਜਬੂਰ ਕੀਤਾ ਜਾਂਦਾ ਹੈ। ਇੱਕ ਪਿੱਛੇ ਜੇ ਕਿਸੇ ਕਾਰਨ ਇੱਕ ASI ਸੁਸਾਈਡ ਕਰ ਜਾਂਦਾ ਇੱਕ ਪੰਜਾਬ ਪੁਲਿਸ ਦਾ, ਇਲਜ਼ਾਮ ਨਿਕਲ ਕੇ ਉਹਨਾਂ ਦਾ ਇਹ ਸਾਹਮਣੇ ਆਉਂਦਾ ਕਿ ਸੀਨੀਅਰ ਆਫੀਸਰ ਵੱਲੋਂ ਉਹਨਾਂ ਨੂੰ ਤੰਗ ਪਰੇਸ਼ਾਨ ਕੀਤਾ ਗਿਆ, ਪੈਸੇ ਦੀ ਡਿਮਾਂਡ ਵੀ ਕੀਤੀ ਗਈ। ਤੁਸੀਂ ਇੱਕ ਖੁਦ DSP ਦੇ ਜ਼ਿੰਮੇਵਾਰ ਅਹੁਦੇ 'ਤੇ ਰਹੇ ਹੋ, ਕਿੰਨੀ ਕੁ ਸੱਚਾਈ ਹੈ ਇੱਦਾਂ ਦਾ ਕਿ ਸੀਨੀਅਰ ਆਫੀਸਰ ਤੁਹਾਡੇ ਜਿਹੜੇ ਸੀਨੀਅਰ ਸੀ ਜਾਂ ਤੁਸੀਂ ਆਪਣੇ ਜੂਨੀਅਰ ਨੂੰ, ਕੋਈ ਇੱਦਾਂ ਦੀ ਗੱਲਬਾਤ ਅਸਲੀਅਤ ਹੈ ਜਾਂ ਸਿਰਫ ਇੱਕ ਲੋਕਾਂ ਦਾ ਮਨ ਦਾ ਜਿਹੜਾ ਵਹਿਮ ਆ ਜਾਂ ਡਰ ਬਣਿਆ ਹੋਇਆ? ਨਹੀਂ, ਵਹਿਮ ਤਾਂ ਨਹੀਂ ਹੁੰਦਾ, ਅਸਲ ਵਿੱਚ ਕੁਝ ਨਾ ਕੁਝ ਤਾਂ ਇਹਦੇ ਵਿੱਚ ਸੱਚਾਈ ਤਾਂ ਹੁੰਦੀ ਹੈ, ਠੀਕ ਹੈ। ਕੋਈ ਪੋਲੀਟੀਕਲ ਜਿਹੜੇ ਬੰਦੇ ਇਹਨਾਂ ਦੀ ਪਿੱਠ 'ਤੇ ਖੜ੍ਹਦੇ ਨੇ, ਇਹਨਾਂ ਨੂੰ ਆਪਣੀਆਂ ਪੋਸਟੀਆਂ ਕਰਾਉਂਦੇ ਨੇ, ਠੀਕ ਹੈ, ਚਾਹੇ ਉਹ ਬੰਦਾ ਕਾਬਿਲ ਹੀ ਨਾ ਹੋਵੇ, ਅਤੇ ਉਹ ਜਿਹੜਾ ਕੁਰਸੀ 'ਤੇ ਬਿਠਾਇਆ ਜਾਂਦਾ ਉਹ ਫਿਰ ਉਹਨਾਂ ਦਾ ਆਪਣੇ ਜਾਇਜ਼ ਨਜਾਇਜ਼ ਉਹਨਾਂ ਦੀ ਸਹਿੰਦਾ ਵੀ ਹੈ ਅਤੇ ਉਹਨਾਂ ਦੇ ਮੁਤਾਬਕ ਉਹ ਕੰਮ ਕਰਦਾ। ਫਿਰ ਇਹ ਹੈ ਵੀ ਹੈ ਬਹੁਤ ਜਿਹੜੇ ਕੁਰਸੀ ਭਾਲਦੇ ਨੇ ਕਿਸੇ ਨਜਾਇਜ਼ ਢੰਗ ਦੇ ਨਾਲ, ਉਹ ਇੱਦਾਂ ਦੀਆਂ ਕਾਰਵਾਈਆਂ ਕਰਦੇ ਵੀ ਨੇ। ਸਾਰੇ ਨਹੀਂ ਇਹਦੇ ਵਿੱਚ ਇਸ ਤਰ੍ਹਾਂ ਦੇ ਇਨਵੋਲਵ ਹੁੰਦੇ ਹੈਗੇ। ਜਦੋਂ ਪੁਲਿਸ ਦੀ ਟ੍ਰੇਨਿੰਗ ਪੂਰੀ ਹੁੰਦੀ ਤਾਂ ਇੱਕ ਸਹੁੰ ਚੁਕਾਈ ਜਾਂਦੀ ਆ ਪੁਲਿਸ ਨੂੰ, ਉਸ ਦੇ ਵਿੱਚ ਕਹਿੰਦੇ ਕਿਹਾ ਜਾਂਦਾ ਕਿ ਮੈਂ ਇਮਾਨਦਾਰੀ ਨਾਲ ਜਿਹੜੀ ਲੋਕਾਂ ਦੀ ਸੇਵਾ ਕਰੂੰਗਾ। ਕਿੰਨੇ ਕੁ ਪੁਲਿਸ ਵਾਲੇ ਨੇ ਜਿਹੜੇ ਇਮਾਨਦਾਰੀ ਦੇ ਨਾਲ ਸੇਵਾ ਕਰਦੇ ਨੇ? ਕਿਉਂਕਿ ਲੋਕਾਂ ਦਾ ਕਹਿਣਾ ਹੈ ਕਿ ਪੁਲਿਸ ਵਾਲੇ ਨੂੰ ਦੇਖ ਕੇ ਕਿਹਾ ਜਾਂਦਾ ਕਿ ਇਹ ਤਾਂ ਮਹਿਕਮਾ ਹੀ ਗੰਦਾ। ਨਹੀਂ, ਮੈਂ ਪਹਿਲਾਂ ਵੀ ਜਿਵੇਂ ਕਿਹਾ ਨਾ ਵੀ ਪੰਜੇ ਉਂਗਲੀਆਂ ਇਕਸਾਰ ਨਹੀਂ ਹੁੰਦੀਆਂ, ਸਾਰੇ ਇੱਕੋ ਜਿਹੇ ਨਹੀਂ ਹੁੰਦੇ ਹੈਗੇ, ਠੀਕ ਹੈ। ਇਹ ਬੇਸਿਕ ਪਾਰਟ ਤਾਂ ਪੜ੍ਹਾਇਆ ਜਾਂਦਾ, ਪਬਲਿਕ ਨਾਲ ਡੀਲਿੰਗ ਦਾ ਪਾਰਟ ਪੜ੍ਹਾਇਆ ਜਾਂਦਾ, ਸੰਵਿਧਾਨ ਦੀ ਸਹੁੰ ਚੁੱਕ ਕੇ ਸੰਵਿਧਾਨ ਦੇ ਅਨੁਸਾਰ ਕੰਮ ਕਰਨਾ, ਠੀਕ ਹੈ। ਲੋਕਾਂ ਦੇ ਮਤਲਬ ਦੁੱਖ ਤਕਲੀਫਾਂ ਦੇ ਵਿੱਚ ਜਾਨ ਮਾਲ ਦੀ ਰੱਖਿਆ ਦੇ ਲਈ ਉਹ ਸਭ ਕੁਝ ਸਿਖਾਇਆ ਤਾਂ ਜਾਂਦਾ। ਪਰ ਜਦੋਂ ਆ ਕੇ ਵਾਤਾਵਰਨ ਉਹਨਾਂ ਨੂੰ ਇਹੋ ਜਿਹਾ ਮਿਲ ਜਾਂਦਾ, ਫਿਰ ਉਹ ਸਾਰਾ ਕੁਝ ਭੁੱਲ ਜਾਂਦੇ ਨੇ। ਮਜਬੂਰ ਵੀ ਹੁੰਦਾ ਕਈ ਵਾਰੀ, ਕਿਉਂਕਿ ਕੁਰਸੀ ਦੀ ਦੌੜ ਲੱਗੀ ਹੁੰਦਾ ਰਹਿੰਦੀ ਹੈ, ਕੁਰਸੀ ਚੰਗੀ ਭਾਲਣ ਵਾਸਤੇ। ਫਿਰ ਉਹ ਜਿਹੜੇ ਅਕਾਵਾਂ ਦੇ ਜਾ ਕੇ ਪੈਂਦੀ ਬੈਠਦੇ ਨੇ, ਉਹ ਫਿਰ ਇਹੋ ਜਿਹੇ ਕੰਮ ਉਹ ਲੋਕ ਕਰਦੇ ਨੇ ਜਿਹਦੇ ਨਾਲ ਸਾਰੇ ਮਹਿਕਮੇ ਦੀ ਅਕਸ ਖਰਾਬ ਹੁੰਦੀ ਹੈ। ਇੱਕ ਦੋ ਗੱਲਾਂ ਇਹ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਕਿ ਜਦੋਂ ਕਿਤੇ ਤੁਸੀਂ ਫਿਰ ਪੋਲੀਟੀਕਲ ਅਕਾਵਾਂ ਦੀ ਤੁਸੀਂ ਬਹੁਤ ਗੱਲ ਕਰ ਰਹੇ ਹੋ ਕਿ ਜਦੋਂ ਬਦਲੀ ਕਰਵਾਉਣੀ ਹੁੰਦੀ ਆ ਤਾਂ ਗੱਲਾਂ ਜਿਹੜੀਆਂ ਨੇ ਬਦਲੀ ਦੀਆਂ ਉਹ ਲੱਖਾਂ ਦੇ ਵਿੱਚ ਹੁੰਦੀਆਂ ਨੇ, ਪੈਸੇ ਲਏ ਜਾਂਦੇ ਨੇ ਅਕਾਵਾਂ ਵੱਲੋਂ ਜਿਨ੍ਹਾਂ ਦੀ ਤੁਸੀਂ ਗੱਲ ਕਰ ਰਹੇ ਹੋ। ਕਿੱਥੇ ਤੱਕ ਜਾ ਸਕਦਾ ਇੱਕ ਆਫਿਸਰ ਜਿਹੜਾ ਕਿਉਂਕਿ ਜਦੋਂ ਪੈਸੇ ਦੇ ਕੇ ਬਦਲੀ ਕਰਵਾਊਗਾ ਤਾਂ ਫਿਰ
ਇੱਕ ਧਾਰਨਾ ਇਹ ਆ ਕਿ ਜਦੋਂ ਉਹ ਪੈਸੇ ਖੁਦ ਦਊਗਾ ਤਾਂ ਫਿਰ ਉਹਦਾ ਡਬਲ ਕਰਕੇ ਕੱਢੂਗਾ, ਉਹ ਨਿਕਲੂ ਤਾਂ ਫਿਰ ਆਮ ਲੋਕਾਂ ਤੋਂ ਹੀ। ਫਿਰ ਆਮ ਲੋਕਾਂ ਦਾ ਪੁਲਿਸ ਦੇ ਨਾਲ ਲੀਡਰ ਵੀ ਉਨੇ ਹੀ ਜ਼ਿੰਮੇਵਾਰ ਨੇ ਜਿਹੜੇ ਪੋਲੀਟੀਕਲ ਅਕਾਵਾਂ ਨੇ, ਆਮ ਲੋਕਾਂ ਦਾ ਜਿਹੜਾ ਪੁਲਿਸ ਖੂਨ ਚੂਸ ਰਹੀ ਆ। ਨਹੀਂ, ਇਹ ਲੋਕਾਂ ਦੇ ਵਿੱਚ ਧਾਰਨਾ ਹੈਗੀ ਆ, ਲੋਕ ਮਤਲਬ ਸਾਰੇ ਇਸ ਪੱਖੋਂ ਹੀ ਸੋਚਦੇ ਨੇ। ਹਾਂਜੀ। ਪਰ ਮੈਂ ਬਿਨਾਂ ਹੁਣ ਪ੍ਰੂਫ ਤੇ ਤਾਂ ਮੈਂ ਇਹ ਗੱਲ ਕਰ ਨਹੀਂ ਸਕਦਾ ਜਾਂ ਕਹਿ ਨਹੀਂ ਸਕਦਾ ਵੀ ਕੌਣ ਕਰਦੇ। ਪਰ ਜਿਵੇਂ ਲੋਕਾਂ ਦੀਆਂ ਸੁਣੀਆਂ ਸੁਣਾਈਆਂ ਗੱਲਾਂ, ਲੋਕਾਂ ਦੀਆਂ ਧਾਰਨਾਵਾਂ ਦੇ ਮੁਤਾਬਕ ਵੀ ਇਹ ਚੱਲਦਾ ਹੋ ਸਕਦਾ, ਕਹਿ ਸਕਦੇ ਇਹਨੂੰ ਵੀ ਮਤਲਬ ਇਦਾਂ ਹੋ ਸਕਦਾ। ਪਰ ਕੋਈ ਝਖਲਾਇਆ ਨਹੀਂ ਜਾ ਸਕਦਾ, ਪਰ ਬਿਨਾਂ ਸਬੂਤਾਂ ਤੋਂ ਆਪਾਂ ਕੋਈ ਇਹਦੇ ਬਾਰੇ ਗੱਲ ਕਹਿ ਨਹੀਂ ਨਾ ਸਕਦੇ। ਜੀ, ਪੁਲਿਸ ਦਾ ਇੰਨਾ ਜਿਹੜਾ ਹੁਣ ਨਾਮ ਆ ਇੱਕ ਬਦਨਾਮ ਹੋ ਚੁੱਕਿਆ, ਕਾਫੀ ਲੋਕਾਂ ਦੇ ਵਿੱਚ ਡਰ ਪੁਲਿਸ ਨੂੰ ਦੇਖ ਕੇ ਇੱਕ ਫੈਲਿਆ ਹੋਇਆ। ਇਹਨੂੰ ਸੁਧਾਰਨ ਦਾ ਕੋਈ ਹੈ ਉਮੀਦ, ਸੁਧਰਨ ਦੀ ਉਮੀਦ ਹੈ ਤੁਹਾਡੇ ਜਿਹੇ ਅਫਸਰ ਨੂੰ ਜਿਨ੍ਹਾਂ ਨੇ ਖੁਦ ਆਪਣੀ ਡਿਊਟੀ ਜਿਹੜੀ ਇਮਾਨਦਾਰੀ ਨਾਲ 30 ਸਾਲ ਕੀਤੀ ਹੋਵੇ, ਜਾਂ ਬਸ ਜਿੱਦਾਂ ਇਹ ਸਿਸਟਮ ਚੱਲਦਾ ਇਹਨੂੰ ਚੱਲੀ ਜਾਣ ਦੀ ਹੈ? ਨਹੀਂ, ਅਫਸਰ ਵੱਲੋਂ ਤਾਂ ਆਫੀਸਰਸ ਵੱਲੋਂ ਗਾਈਡਲਾਈਨਾਂ ਜਾਰੀ ਹੁੰਦੀਆਂ ਰਹਿੰਦੀਆਂ ਨੇ, ਮੀਟਿੰਗਾਂ ਵਗੈਰਾ ਹੁੰਦੀਆਂ ਨੇ, ਲੋਕਾਂ ਪਬਲਿਕ ਦੇ ਨਾਲ ਕਿੱਦਾਂ ਦਾ ਬਿਹੇਵ ਕਰਨਾ ਹੈ, ਸਾਰੇ ਮੁਲਾਜ਼ਮਾਂ ਨੂੰ ਅਵੇਅਰ ਕੀਤਾ ਜਾਂਦਾ। ਪਰ ਉਹ ਇਹ ਹੈ ਵੀ ਜਿਵੇਂ ਪਹਿਲਾਂ ਕਿਹਾ ਵੀ ਕੁਛ ਬੰਦੇ ਹੁੰਦੇ ਨੇ, ਚੰਦਜੀਤ ਬੰਦੇ, ਜਿਨ੍ਹਾਂ ਦੇ ਦਿਮਾਗ ਦੇ ਵਿੱਚ ਵਰਦੀ ਦਾ ਫਤੂਰ ਵੜ ਜਾਂਦਾ ਨਾ, ਉਹ ਜਦੋਂ ਉਹਦੇ ਕਰਕੇ ਫਿਰ ਜਿਹੜੇ ਬਾਕੀ ਪੁਲਿਸ ਮੁਲਾਜ਼ਮ ਨੇ ਜਿਹੜੇ ਚੰਗਾ ਕੰਮ ਵੀ ਕਰਦੇ ਨੇ ਉਹ ਵੀ ਨਾਲ ਰਗੜੇ ਜਾਂਦੇ ਨੇ, ਉਹਨਾਂ 'ਤੇ ਵੀ ਛਿੱਟੇ ਪੈਂਦੇ ਨੇ। ਜਦੋਂ ਪੁਲਿਸ ਰਿਸ਼ਵਤ ਦੀ ਆਪਾਂ ਦੁਬਾਰਾ ਗੱਲ ਕਰੀਏ, ਲੋਕ ਕਹਿੰਦੇ ਕਿ 100 ਰੁਪਈਆ, ਕਾਫੀ ਵੀਡੀਓ ਵੀ ਵਾਇਰਲ ਹੋਈਆਂ ਨੇ ਕਿ 100 ਰੁਪਈਆ ਰਿਸ਼ਵਤ ਤੱਕ ਵੀ ਪੁਲਿਸ ਵਾਲੇ ਲੈਂਦੇ ਨੇ। ਲੋਕੀ ਕਹਿੰਦੇ ਕਿ ਜਦੋਂ 50,000 60,000 ਤਨਖਾਹ ਦੇ ਨਾਲ ਨਹੀਂ ਕਿਸੇ ਦਾ ਗੁਜ਼ਾਰਾ ਹੁੰਦਾ ਤਾਂ ਫਿਰ ਇੱਕ ਗਰੀਬ ਤੋਂ ਤੰਗ ਕਰਕੇ ਲਿਆ ਹੋਇਆ 100 ਰੁਪਈਆ ਉਹਨਾਂ ਨੂੰ ਕਿੱਦਾਂ ਮਾਫ ਕਰ ਦੂ? ਨਹੀਂ, ਉਹ ਫਿਰ ਉਹੀ ਦੱਸਿਆ ਵੀ ਜਿਨ੍ਹਾਂ ਦੇ ਮਨ ਦੇ ਵਿੱਚ ਇਹ ਬੜਿਆ ਹੁੰਦਾ ਵੀ ਪਤਾ ਨਹੀਂ ਸਾਡਾ ਇਹ ਇੱਕ ਵਰਦੀ ਦਾ ਨਜਾਇਜ਼ ਫਾਇਦਾ, ਜਿੱਦਾਂ ਸਾਡਾ ਅਧਿਕਾਰ ਹੀ ਬਣ ਗਿਆ ਵੀ ਜੇ ਅਸੀਂ ਇਸ ਮਹਿਕਮੇ ਦੇ ਵਿੱਚ ਆ ਗਏ ਤਾਂ ਅਸੀਂ ਇਸ ਤਰ੍ਹਾਂ ਦਾ ਕਾਰੋਬਾਰ ਕਰਨਾ ਹੀ ਆ, ਕੰਮ ਕਰਨਾ ਹੀ ਹੈ। ਪਰ ਉਹ ਇਹ ਆ ਵੀ ਇਹ ਪੈਸਾ ਵਫਾ ਨਹੀਂ ਕਰਦਾ ਹੁੰਦਾ, ਕਿਉਂਕਿ ਠੀਕ ਹੈ ਥੋੜ੍ਹੇ ਸਮੇਂ ਲਈ ਆਪਣੇ ਆਪ ਨੂੰ ਸੈਟਿਸਫਾਈ ਬੰਦਾ ਕਰ ਸਕਦਾ। ਅਤੇ ਇਹ ਕੁਛ ਉਹੀ ਹੈ ਫਿਰ ਚੰਦ ਬੰਦੇ ਜਿਹੜੇ ਮੈਂ ਕਹਿੰਦਾ ਵੀ ਬੰਦੇ ਜਿਹੜੇ ਨੇ ਉਹ ਅੱਗਾ ਪਿੱਛਾ ਨਹੀਂ ਸੋਚਦੇ ਹੈਗੇ, ਉਹਨਾਂ ਨੇ ਜਿਹੜਾ ਇਹ ਪੱਕਾ ਰਾਹ ਫੜਿਆ ਹੁੰਦਾ ਉਹ ਆਪਣੀ ਵਰਦੀ ਦਾ ਤਾਂ ਆਪਣੇ ਸ਼ਖਸੀਅਤ ਦਾ ਵੀ ਉਹ ਪ੍ਰਭਾਵ ਨਹੀਂ ਦੇਖਦੇ ਵੀ ਮੈਂ ਲੋਕਾਂ ਦੇ ਵਿੱਚ ਕਿਵੇਂ ਬਦਨਾਮ ਹੋਵਾਂਗਾ ਜੇ ਮੈਂ ਇਸ ਤਰ੍ਹਾਂ ਦੀ ਕਾਰਵਾਈ ਕਰਾਂਗਾ ਜਾਂ ਹੋਰ ਕੁਛ ਕਰਾਂਗਾ। ਕਮਾਈ ਤਾਂ ਆਪਣੇ ਜਿਹੜੇ ਹੱਕ ਦੀ ਹੈ ਉਹੀ ਬਹੁਤ ਹੈ, ਉਹਦੇ ਨਾਲ ਇਹ ਬੰਦਾ ਵਧੀਆ ਗੁਜ਼ਾਰਾ ਕਰ ਸਕਦਾ ਹੈ। ਇੱਕ ਆਖਰੀ ਸਵਾਲ ਕਿ ਜੋ ਪੁਲਿਸ ਦੀ ਬਦਨਾਮੀ ਇੰਨੀ ਕੁਝ ਬੰਦਿਆਂ ਦੀ ਗਲਤੀ ਦੇ ਨਾਲ ਹੋ ਜਾਂਦੀ ਆ, ਕੀ ਇਹਨੂੰ ਸੁਧਾਰਨ ਦੇ ਲਈ ਕੋਈ ਕਾਨੂੰਨ ਸੰਵਿਧਾਨ ਦੇ ਵਿੱਚ ਇਸ ਤਰ੍ਹਾਂ ਦਾ ਹੈ? ਜੇ ਹੈ ਤਾਂ ਉਹਨਾਂ ਨੂੰ ਲੋਕਾਂ ਦੇ ਸਾਹਮਣੇ ਕਿਉਂ ਨਹੀਂ ਲਿਆਇਆ ਜਾ ਰਿਹਾ? ਜੇ ਨਹੀਂ ਹੈ ਤਾਂ ਕੀ ਇਸ ਤਰ੍ਹਾਂ ਦੇ ਸਖਤ ਕਾਨੂੰਨ ਹੋਰ ਬਣਨੇ ਚਾਹੀਦੇ ਨੇ? ਨਹੀਂ, ਆਲਰੇਡੀ ਪਹਿਲਾਂ ਸਭ ਕੁਝ ਹੈਗਾ, ਸਾਰਾ ਕੁਝ ਹੈਗਾ, ਸਭ ਕਾਨੂੰਨ ਹੈਗੇ ਨੇ। ਪਰ ਇਹ ਹੈ ਵੀ ਉਹੀ ਦੱਸਿਆ ਵੀ ਜਦੋਂ ਫਿਰ ਬੰਦਾ ਆਪਣੇ ਆਪ ਨੂੰ ਥੋੜ੍ਹੀ ਜਿਹੀ ਹੈਂਕੜਬਾਜ਼ੀ ਦੇ ਵਿੱਚ ਲਿਆਉਂਦਾ ਨਾ, ਉਹ ਫਿਰ ਸਭ ਕੁਝ ਭੁੱਲ ਜਾਂਦਾ, ਉਹਨੂੰ ਮੌਕੇ 'ਤੇ ਚੇਤਾ ਨਹੀਂ ਰਹਿੰਦਾ। ਜੇ ਮਨ ਦੇ ਵਿੱਚ ਸੋਚੇ ਵੀ ਮੈਂ ਜੇ ਇਹਦੀ ਜਗ੍ਹਾ 'ਤੇ ਹੁੰਦਾ ਜਾਂ ਮੇਰੇ ਨਾਲ ਇੱਦਾਂ ਦੀ ਵਾਪਰਦੀ ਤਾਂ ਫਿਰ ਮਤਲਬ ਕੀ ਹੈ, ਜੇ ਇਹ ਸੋਚ ਕੇ ਚੱਲੇ ਤਾਂ ਫਿਰ ਇਹੋ ਜਿਹੀਆਂ ਨੌਬਤਾਂ ਨਹੀਂ ਆਉਂਦੀਆਂ ਹੈਗੀਆਂ। ਆਮ ਲੋਕਾਂ ਨੂੰ ਤੁਸੀਂ ਇੱਕ ਜ਼ਿੰਮੇਵਾਰ ਬਹੁਤ ਵੱਡੇ ਅਹੁਦੇ ਤੋਂ ਰਿਟਾਇਰਡ ਹੋ, ਆਮ ਲੋਕਾਂ ਦੇ ਮਨਾਂ ਦੇ ਵਿੱਚ ਜੋ ਡਰ ਪੁਲਿਸ ਨੂੰ ਲੈ ਕੇ ਇੱਕ ਧਾਰਨਾ ਜਿਹੜੀ ਬਣ ਚੁੱਕੀ ਆ, ਜੇ ਉਹਨਾਂ ਨੂੰ ਆਪਾਂ ਗੱਲ ਕਰੀਏ, ਕਿਉਂਕਿ ਕਾਫੀ ਨੇ ਜਿਹੜੇ ਬਾਹਰਲੇ ਮੁਲਕਾਂ ਦੇ ਨਾਲ ਆਪਣੀ ਪੁਲਿਸ ਨੂੰ ਕੰਪੈਰੀਜ਼ਨ ਕਰਦੇ ਨੇ ਕਿ ਬਾਹਰਲੇ ਮੁਲਕਾਂ ਦੇ ਵਿੱਚ ਇੱਦਾਂ ਨਹੀਂ ਪੁਲਿਸ ਕਰਦੀ, ਲੋਕਾਂ ਦੇ ਨਾਲ ਕੋਆਪਰੇਟ ਕਰਦੀ, ਉਸ ਹਿਸਾਬ ਦੇ ਨਾਲ ਜੇ ਤੁਹਾਨੂੰ ਇੱਕ ਸੁਨੇਹਾ ਆਮ ਲੋਕਾਂ ਦੇ ਲਈ ਪੁਲਿਸ ਦਾ ਅਕਸ ਸੁਧਾਰਨ ਨੂੰ ਦੇਣਾ ਹੋਵੇ? ਨਹੀਂ, ਪਬਲਿਕ ਨੂੰ ਵੀ ਪੁਲਿਸ ਦਾ ਦੇਖੋ ਸਾਥ ਦੇਣਾ ਚਾਹੀਦਾ, ਪਰ ਆਪਾਂ ਉਦਾਹਰਨਾਂ ਤਾਂ ਦੇ ਜਾਂਦੇ ਹਾਂ ਵੀ ਬਾਹਰਲੀ ਪੁਲਿਸ ਵਰਗੇ ਅਸੀਂ ਬਣ ਜਾਈਏ ਜਾਂ ਰੌਲਾ ਰੱਪਾ ਹੈਗਾ ਵੀ ਬਾਹਰ ਦੀ ਪੁਲਿਸ ਇੱਦਾਂ ਦੀ ਹੈ, ਬਾਹਰ ਦੀ ਪੁਲਿਸ ਇੱਦਾਂ ਦੀ ਹੈ, ਪਰ ਇਹ ਸਿਰਫ ਗੱਲਾਂ ਬਾਤੀ ਨੇ। ਉਹ ਉੱਦਾਂ ਦਾ ਅਸੀਂ ਕਿੱਥੇ ਮੁਕਾਬਲਾ ਕਰ ਸਕਦੇ ਹਾਂ? ਅਸੀਂ 100 ਸਾਲ ਨਹੀਂ ਉਹਨਾਂ ਦੇ ਮੁਕਾਬਲੇ 'ਚ ਆ ਸਕਦੇ ਵੀ ਜੇ ਉਹਨਾਂ ਦੇ ਮੁਤਾਬਕ ਅਸੀਂ ਚੱਲ ਸਕੀਏ, ਉਹਨਾਂ ਦੇ ਮੁਤਾਬਕ ਕਾਰਵਾਈ ਕਰ ਸਕੀਏ, ਕਿਉਂਕਿ ਇੱਥੋਂ ਦਾ ਜਿਹੜਾ ਵਾਤਾਵਰਨ ਹੋਰ ਤਰ੍ਹਾਂ ਦਾ ਬਣ ਚੁੱਕਿਆ, ਜਿਹੜਾ ਮਤਲਬ ਇਹ ਪੁਲਿਸ ਸੁਧਾਰਾਂ ਨੂੰ ਕੁਛ ਬੰਦੇ ਜਿਹੜੇ ਨੇ ਉਹ ਖਰਾਬ ਕਰ ਰਹੇ ਨੇ। ਬਹੁਤ ਬਹੁਤ ਸ਼ੁਕਰੀਆ ਸਰ ਗੱਲਬਾਤ ਕਰਨ ਦੇ ਲਈ। ਆਪ ਦੇ ਚੈਨਲ ਦਾ ਵੀ ਬਹੁਤ ਬਹੁਤ ਧੰਨਵਾਦ, ਤੁਹਾਡੇ ਸਰੋਤਿਆਂ ਦਾ ਜਿਹੜੇ ਸੁਣਨਗੇ, ਬਹੁਤ ਬਹੁਤ ਧੰਨਵਾਦ। ਦਰਸ਼ਕੋ, ਇਹ ਸਨ ਡੀਐਸਪੀ ਜਗਦੇਵ ਸਿੰਘ ਜੋ 30 ਸਾਲ ਦੀ ਸਰਵਿਸ ਤੋਂ ਬਾਅਦ ਪੰਜਾਬ ਪੁਲਿਸ ਦੇ ਵਿੱਚੋਂ ਰਿਟਾਇਰ ਹੋਏ ਨੇ, ਜਿਨ੍ਹਾਂ ਨੇ ਪੁਲਿਸ ਦੇ ਗੰਦਲੇ ਹੋ ਚੁੱਕੇ ਸਿਸਟਮ ਬਾਰੇ ਵੀ ਗੱਲਾਂ ਬਾਤਾਂ ਕੀਤੀਆਂ, ਕੁਝ ਧਾਰਨਾ ਜਿਹੜੀ ਲੋਕਾਂ ਦੇ ਵਿੱਚ ਗਲਤ ਪੁਲਿਸ ਨੂੰ ਲੈ ਕੇ ਬਣ ਚੁੱਕੀ ਸੀ ਉਹਨਾਂ ਬਾਰੇ ਵੀ ਸਾਡੇ ਨਾਲ ਜਿਹੜੇ ਆਪਣੇ ਵਿਚਾਰ ਚਰਚਾ ਕੀਤੀ।
ਇਹਨਾਂ ਨੇ ਕਿਹਾ ਕਿ ਪੁਲਿਸ ਦੇ ਅਕਸ ਨੂੰ ਸੁਧਾਰਨ ਦੀ ਜ਼ਰੂਰਤ ਜ਼ਰੂਰ ਹੈਗੀ, ਜੇਕਰ ਇਹਦਾ ਸਿਆਸੀਕਰਨ ਜਿਹੜਾ ਖਤਮ ਕਰ ਦਿੱਤਾ ਜਾਵੇ ਤਾਂ ਪੁਲਿਸ ਦਾ ਅਕਸ ਲੋਕਾਂ ਦੇ ਸਾਹਮਣੇ ਇੱਕ ਚੰਗੇ ਰੂਪ ਦੇ ਵਿੱਚ ਆਊਗਾ। ਉਮੀਦ ਕਰਦੇ ਹਾਂ ਤੁਹਾਨੂੰ ਸਾਡੀ ਇਹ ਗੱਲਬਾਤ ਡੀਐਸਪੀ ਸਾਹਿਬ ਦੇ ਨਾਲ ਪਸੰਦ ਆਈ ਹੋਊਗੀ। ਅਗਲੀ ਅਪਡੇਟ ਦੇ ਲਈ ਪ੍ਰਾਈਡ ਪੰਜਾਬ ਟੀਵੀ ਦੇਖਦੇ ਰਹੋ। ਮੈਨੂੰ ਦਿਓ ਆਗਿਆ। ਮੈਂ ਸੰਸਾਰਦੀਪ ਸਿੰਘ, ਧੰਨਵਾਦ ਜੀ। ਤਾਜ਼ਾ ਖਬਰਾਂ ਤੇ ਨਵੀਆਂ ਜਾਣਕਾਰੀ ਭਰਪੂਰ ਵੀਡੀਓਜ਼ ਵੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਪ੍ਰਾਈਡ ਪੰਜਾਬ ਟੀਵੀ ਤੇ ਸਾਡਾ Facebook ਪੇਜ ਪ੍ਰਾਈਡ ਪੰਜਾਬ ਟੀਵੀ ਨੂੰ ਫੋਲੋ ਜ਼ਰੂਰ ਕਰੋ ਤੇ ਨਾਲ ਹੀ ਨਾਲ ਇਸ ਨੂੰ ਲਾਈਕ ਵੀ ਕਰ ਲਵੋ।